ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਪਹਾਵੈ ਤਿਵੈ ਬੁਲੈਨੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾ ਕੀ। ਕਬੀਰ ਕੇ ਇਕ ਓੰਕਾਰ, ਸਤਿਗੁਰ ਪ੍ਰਸਾਦ। ਅਵਤਰ ਆਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂ ਲੀਨਾ। ਅਵਤਰ ਆਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂ ਲੀਨਾ। ਰਾਮ ਨ ਜਪਹੁ ਕਵਨ ਮਤ ਲਾਗੇ, ਮਰ ਜਾਇਬੇ ਕਉ ਕਿਆ ਕਰਹੁ ਅਭਾਗੇ। ਰਹਾਉ ਦੁਖ ਸੁਖ ਕਰ ਕੈ ਕੁਟੰਬ ਜੀਵਾਇਆ, ਮਰਤੀ ਬਾਰ ਇਕ ਸਰ ਦੁਖ ਪਾਇਆ। ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੰਹਾਰਾ। ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੰਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕੇ ਆਪਣੇ ਥੋੜ੍ਹੇ 'ਚੋਂ ਥੋੜ੍ਹਾ, ਬਹੁਤੇ 'ਚੋਂ ਬਹੁਤਾ ਸਮਾਂ ਕੱਢਦੇ ਹੋਏ ਗੁਰੂ ਕੀ ਹਜ਼ੂਰੀ ਵਿੱਚ ਬਤੀਤ ਕਰਦੇ ਹੋਏ ਗੁਰੂ ਕੇ ਬਾਣੀ ਦਾ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਧਿਆਨ ਪ੍ਰਾਇਨ ਹੋ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ
ਸਾਨੂੰ ਹਰ ਵੇਲੇ ਤਾਕੀਦ ਕਰਦੇ ਨੇ ਕਲਯੁਗੀ ਜੀਵਾਂ ਨੂੰ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਚਿੰਤਨ ਕਰ। ਸਵਾਸਾਂ ਦਾ ਮੁੱਲ ਤਾਂ ਹੀ ਪੈਂਦਾ ਹੈ, ਤਾਂ ਹੀ ਕੀਮਤ ਹੈ, ਜੇ ਗੁਰੂ ਕੀ ਸਤਸੰਗਤ ਵਿੱਚ ਅਥਵਾ ਕੰਮਕਾਰ ਕਰਦਿਆਂ ਵੀ ਜੇ ਵਾਹਿਗੁਰੂ ਦੀ ਯਾਦ ਵਿੱਚ ਲੰਘਦੇ ਨੇ, ਬਤੀਤ ਹੁੰਦੇ ਹਨ, ਸਿਮਰਨ ਦੇ ਵਿੱਚ ਬਤੀਤ ਹੁੰਦੇ ਨੇ, ਉਹੀ ਸਵਾਸ ਅਮੋਲਕ ਨੇ, ਉਹੀ ਜ਼ਿੰਦਗੀ ਪ੍ਰਭਾਵਸ਼ਾਲੀ, ਸੁੱਖ ਦੇਣ ਵਾਲੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸੋਹੀ ਦੀ ਵਾਰ 20 ਸ਼ਲੋਕ 20 ਪੌੜੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀਆਂ ਸਨ, ਸੰਪੂਰਨ ਹੋਈ। ਸਤਿਗੁਰਾਂ ਦੀ ਵਾਰਾਂ ਤੋਂ ਬਾਅਦ ਜੋ ਬਾਣੀ ਲਿਖਵਾਈ ਮਹਾਰਾਜ ਜੀ ਨੇ, ਉਹ ਭਗਤ ਬਾਣੀ, 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਸੁਭਾਏਮਾਨ ਹੈ। ਉਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ 'ਤੇ ਰੱਖੇ ਨੇ ਸ਼੍ਰੋਮਣੀ ਹਨ ਭਗਤ ਕਬੀਰ ਸਾਹਿਬ ਜੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਵੇਂ ਬਾਣੀ ਦੇ ਸਭ ਤੋਂ ਪਹਿਲੇ ਰਚਨਹਾਰ ਭਗਤ ਫਰੀਦ ਜੀ ਹਨ, ਜਿਨ੍ਹਾਂ ਨੂੰ ਆਪਾਂ ਬਜ਼ੁਰਗ ਅਵਸਥਾ ਵਿੱਚ ਵੇਖ ਕੇ ਬਾਬਾ ਫਰੀਦ ਜੀ ਵੀ ਕਹਿ ਦਿੰਦੇ। ਭਗਤ ਫਰੀਦ ਸਾਹਿਬ ਜੀ ਪਹਿਲੇ ਬਾਣੀ ਦੇ ਰਚਨਹਾਰ ਹਨ। ਪਰ ਗਿਆਨ ਜਿਹੜਾ ਸੀ, ਗਿਆਨ ਬਹੁਤ ਉੱਚਾ ਤੇ ਸੁੱਚਾ, ਹਾਜ਼ਰ ਜਵਾਬ। ਜਿਸ ਵੇਲੇ ਕੋਈ ਆਇਆ, ਕਿਹੋ ਜਿਹਾ ਵੀ ਕਿਸੇ ਨੇ, ਤਰਕਵਾਦੀ ਨੇ ਸਵਾਲ ਕੀਤਾ, ਜਗਿਆਸੂ ਨੇ ਕੀਤਾ, ਗਿਆਨਵਾਨ ਨੇ ਕੀਤਾ, ਝੱਟ ਉਹਨੂੰ ਬਾਣੀ ਉਚਾਰ ਕੇ ਜਵਾਬ ਦਿੱਤਾ। ਤੇ ਇਹ ਹਿੱਸੇ ਆਇਆ ਭਗਤ ਕਬੀਰ ਸਾਹਿਬ ਜੀ, ਹਾਜ਼ਰ ਜਵਾਬ, ਰੌਸ਼ਨ ਦਿਮਾਗ, ਬਾਣੀ ਉਚਾਰਨ ਕਰਕੇ ਉਹਨੂੰ ਨਿਰੁੱਤਰ ਕੀਤਾ, ਤਸੱਲੀ ਕਰਵਾਈ। ਪੂਰਨ ਗਿਆਨਵਾਨ ਸਤਿਗੁਰਾਂ ਦੇ ਵਾਂਗ ਹੀ। ਔਰ ਫਿਰ ਐਸੀ ਬਾਣੀ ਉਚਾਰੀ ਕਿ ਕਿਸੇ ਤਰ੍ਹਾਂ ਦੀ ਕਿਸੇ ਦੀ ਝਿਜਕ ਨਹੀਂ ਰੱਖੀ, ਕਿਸੇ ਦੀ ਪਰਵਾਹ ਨਹੀਂ ਕੀਤੀ। ਦੋਵਾਂ ਦਾ ਹੀ ਜ਼ੋਰ ਸੀ, ਹਿੰਦੂਆਂ ਤੇ ਮੁਸਲਮਾਨਾਂ ਦਾ। ਉਸ ਵੇਲੇ ਆਪ ਜੀ ਪੈਦਾ ਵੀ ਹੋਏ ਧਰਤੀ ਤੇ ਹੋਏ ਵੀ ਉੱਥੇ ਜਿੱਥੇ ਪਖੰਡ ਦਾ ਬੋਲਬਾਲਾ ਜ਼ੋਰ ਸੀ। ਕਾਂਛੀ ਦੇ ਵਿੱਚ ਜਿਹੜੀ ਵਿਦਵਾਨਾਂ ਦਾ ਗੜ੍ਹ ਹੈ, ਬਨਾਰਸ ਵਿੱਚ ਪੈਦਾ ਹੋਏ ਭਗਤ ਕਬੀਰ ਸਾਹਿਬ ਜੀ। ਔਰ ਐਸੇ ਭਗਤ ਜਨ ਭਾਵੇਂ ਜਨਮ ਬਾਰੇ ਅੱਡੋ ਅੱਡ ਤਰੀਕਾ ਨੇ, ਕਈ 1398 ਈਸਵੀ ਮੰਨਦੇ, ਕਈ 99 ਲਿਖੀ ਜਾਂਦੇ ਆ, ਕਈ 94 ਵੀ ਮੰਨਦੇ ਹਨ ਵੀ 1394 ਵਿੱਚ ਜਨਮ ਹੋਇਆ। ਬਹੁਤੇ ਵਿਦਵਾਨ ਜਿਹੜੇ ਆ ਇਤਿਹਾਸਕਾਰ ਉਹ 1440 ਈਸਵੀ ਮੰਨਦੇ ਨੇ। ਪਰ ਕਹਿੰਦੇ ਨੇ ਵੀ 120 ਸਾਲ ਦੀ ਉਮਰ ਹੋਈ ਹੈ। ਭਗਤ ਜੀ ਦੀ ਉਮਰ ਬਹੁਤ ਸੀ। ਉਹਦੇ ਮੁਤਾਬਕ 1398 ਈਸਵੀ ਵਿੱਚ ਜਨਮ ਹੋਇਆ। 1518 'ਚ ਦੇਹਾਂਤ ਇਸ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਦਾ ਤਤ ਬੇਤੇ ਦਾ ਹੁੰਦਾ ਹੈ। ਜੇ ਮੰਨੀਏ ਤੇ 120 ਸਾਲ ਹੀ ਬਣਦੇ ਨੇ। ਉਸ ਵੇਲੇ ਪੈਦਾ ਹੋਏ ਜਦੋਂ ਪਖੰਡ ਦਾ ਬੋਲਬਾਲਾ ਸੀ। ਅਜੇ ਗੁਰੂ ਨਾਨਕ ਦੇਵ ਸਾਹਿਬ ਨਹੀਂ ਆਏ ਸਨ। ਪਰ ਐਸੇ ਭਗਤ ਜਨ ਗਰੀਬ ਘਰਾਣੇ ਵਿੱਚ ਪੈਦਾ ਹੋਏ। ਮੁਸਲਮਾਨਾਂ ਦੇ ਵਿੱਚੋਂ ਹੀ ਜਾਤੀ ਹੈ ਜੁਲਾਹਿਆਂ ਦੀ। ਖੱਡੀ ਬੁਣਨੀ, ਕੱਪੜੇ ਬੁਣਨੇ ਕਾਰ ਹੈ, ਇਹ ਪਿਤਾ ਪੁਰਖੀ ਕੀਤਾ ਹੁੰਦਾ ਹੈ, ਜੁਲਾਹਿਆਂ ਦਾ ਕੰਮ ਹੁੰਦਾ ਹੈ। ਉਹਨਾਂ ਦੇ ਗ੍ਰਹਿ ਵਿਖੇ ਭਾਈ ਨੀਰੂ ਅਲੀ ਜੀ ਦੇ ਗ੍ਰਹਿ ਵਿਖੇ ਸ਼੍ਰੀਮਤੀ ਨੀਮਾ ਜੀ ਦੀ ਪਾਵਨ ਕੁੱਖ ਤੋਂ ਆਪ ਜੀ ਦਾ ਇਹ ਅਵਤਾਰ ਕਹਿ ਲਈਏ, ਕਿਉਂਕਿ ਸਤਿਗੁਰਾਂ ਨੇ ਭੱਟ ਸਾਹਿਬਾਨਾਂ ਨੇ ਤਾਂ ਇਹ ਅਵਤਾਰ ਹੀ ਕਿਹਾ ਹੈ। ਸੋ ਨਾਮਾ ਅਵਰ ਕਬੀਰ ਭਣੰ ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ
ਇਹ ਬਚਨ ਸੋ ਭੱਟ ਸਾਹਿਬਾਨ ਕਰਦੇ ਨੇ। ਐਸੇ ਮਹਾਂਪੁਰਖ ਦਾ ਅਵਤਾਰ ਹੋਇਆ, ਪਾਵਨ ਜਨਮ ਹੋਇਆ, ਆਗਮਨ ਹੋਇਆ ਹੈ ਕਾਂਚੀਪੁਰੀ ਵਿੱਚ। ਛੋਟੇ ਹੁੰਦਿਆਂ ਹੀ ਪਖੰਡ ਦਾ ਬੋਲਬਾਲਾ ਸੀ ਤੇ ਖੰਡਨ ਕਰਨ ਲੱਗ ਪਏ। 7-8 ਸਾਲ ਤੋਂ ਹੀ ਹੈਰਾਨ ਹੋ ਗਏ ਸੀ ਲੋਕ। ਵੱਡੇ ਹੋਏ ਗੁਰੂ ਧਾਰਨ ਕਰਨ ਦੀ ਮਰਜ਼ਾਦਾ ਤੇ ਹੈ। ਸੰਸਾਰ ਵਿੱਚ ਪੂਰਨ ਗੁਰੂ ਦੀ ਤਲਾਸ਼ ਵਿੱਚ ਸਨ। ਪੂਰਨ ਗੁਰੂ ਨਹੀਂ ਮਿਲ ਰਿਹਾ ਸੀ। ਇਹ ਵੀ ਆਉਂਦਾ ਵੀ ਬਹੁਤ ਥਾਵਾਂ ਤੇ ਗਏ ਪਹਿਲੇ ਜਵਾਨ ਉਮਰ ਵਿੱਚ, ਕਿਤੋਂ ਪੂਰਨ ਗੁਰੂ ਦੀ ਤਲਾਸ਼ ਮਿਲ ਜਾਵੇ, ਨਾਮ ਦੀ ਦਾਤ ਉਹ ਤੋਂ ਲਈਏ, ਫਿਰ ਆਰਾਧੀਏ ਉਹਨੂੰ। ਆਰਾਧਦੇ ਤਾਂ ਸਨ, ਪਰ ਇੱਕ ਮਰਜ਼ਾਦਾ ਪੂਰੀ ਕਰਨੀ ਪੈਂਦੀ ਹੈ ਸੰਸਾਰ ਵਿੱਚ। ਗੁਰੂ ਧਾਰਨਾ ਹਰੇਕ ਵਾਸਤੇ ਵਸ਼, ਕਿੱਡਾ ਕੋਈ ਸੂਝਵਾਨ ਸਿਆਣਾ ਕਿਉਂ ਨਾ। ਇਸ ਕਰਕੇ ਬਹੁਤ ਚਿਰ ਲੱਭਦੇ ਰਹੇ। ਫਿਰ ਰਾਮਾਨੰਦ ਜੀ ਦੀ ਵਡਿਆਈ ਬਹੁਤ ਸੀ। ਬਰਕਤ ਹੋ ਕੇ ਰਹਿੰਦੇ ਸੀ, ਹਰ ਵੇਲੇ ਸਿਮਰਨ ਕਰਦੇ ਸੀ। ਭਾਵੇਂ ਉਹਨਾਂ ਦਾ ਇੱਕੋ ਸ਼ਬਦ ਆ, ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟਾ ਕੋਟ ਕਰਮ। ਕਿਉਂਕਿ ਉੱਚੀ ਜਾਤੀ ਦੇ ਬ੍ਰਾਹਮਣਾਂ, ਸੋ ਬ੍ਰਾਹਮਣ ਘਰਾਣੇ ਵਿੱਚ ਪੈਦਾ ਹੋਏ ਸੀ। ਉਹ ਬ੍ਰਾਹਮਣਾਂ ਵਾਲੀ ਛੂਤ ਛਾਤ ਰੱਖਦੇ ਸਨ ਬਿਰਖਤ। ਸੋ ਔਰ ਉਹ ਪਤਾ ਲੱਗਾ ਵੀ ਉਹ ਹੀ ਪੂਰੇ ਨੇ। ਫਿਰ ਕਿਹਾ ਵੀ ਹੋ ਸਕਦਾ ਮੈਨੂੰ ਸ਼ੂਦਰ ਜਾਣ ਕੇ, ਜੁਲਾਹਾ ਜਾਣ ਕੇ ਉਹ ਨਾ ਉਪਦੇਸ਼ ਦੇਣ। ਇਸ ਕਰਕੇ ਝਿਜਕਦੇ ਹੋਏ ਤਰੀਕਾ ਵਰਤਿਆ ਭਗਤ ਕਬੀਰ ਸਾਹਿਬ ਜੀ। ਉਹ ਸਵੇਰੇ ਉਹਨਾਂ ਦਾ ਨਿਯਮ ਨੇਮ ਸੀ, ਗੰਗਾ ਦੇ ਮਣੀਕਰਨ ਘਾਟ ਜਿਹੜਾ ਬਣਿਆ ਹੋਇਆ ਸੀ, ਪਵਿੱਤਰ ਜਗ੍ਹਾ ਮੰਨੀ ਗਈ ਹੈ, ਉੱਥੇ ਜਾ ਕੇ ਇਸ਼ਨਾਨ ਕਰਦੇ। ਸਵੇਰੇ ਚੁੱਭਾ ਹੀ ਉੱਥੇ ਲਾਉਂਦੇ ਸੀ ਤੇ ਫਿਰ ਉੱਥੇ ਹੀ ਧਿਆਨ 'ਚ ਬਹਿੰਦੇ ਸਨ। ਭਾਈ ਗੁਰਦਾਸ ਸਾਹਿਬ ਜੀ ਜਦੋਂ ਆਪ ਜੀ ਦੀ ਕਥਾ ਲਿਖਦੇ ਨੇ, ਵਾਰਾਂ ਵਿੱਚ ਪੌੜੀ ਬਿਆਨ ਕਰਦੇ ਨੇ, ਉਦੋਂ ਫਰਮਾਨ ਕਰਦੇ ਨੇ ਵੀ ਹੋਏ ਬਿਰਖਤ ਬਨਾਰਸ, ਰਹਿੰਦਾ ਰਾਮਾਨੰਦ ਗੁਸਾਈ। ਸੋ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਦਾ ਨੇਮ ਸੀ, ਗੰਗਾ ਤੇ ਇਸ਼ਨਾਨ ਕਰਦਾ ਸੀ। ਮਣੀਕਰਨ ਘਾਟ ਪੌੜੀਆਂ ਬਣੀਆਂ ਹੋਈਆਂ ਸੀ, ਉੱਥੇ ਉਤਰ ਕੇ ਚੁੱਭਾ ਲਾਉਂਦੇ ਸਨ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਉੱਥੇ ਪੈ ਜਾਂਦੇ ਆ। ਉਹ ਜਿਹੜਾ ਉਹਨਾਂ ਨੂੰ ਮਿਲਦਾ ਸੀ ਹਰ ਵੇਲੇ ਰਾਮ ਕਹਿ ਭਾਈ ਰਾਮ ਕਹਿ, ਰਾਮ ਰਾਮ ਇਹੋ ਹੀ ਕਰਦੇ ਰਹਿੰਦੇ ਸੀ। ਮੂੰਹ ਤੇ ਜ਼ੁਬਾਨ ਤੇ ਇਹੋ ਹੀ ਸੀ ਰਾਮਾਨੰਦ ਜੀ। ਔਰ ਭਗਤ ਕਬੀਰ ਸਾਹਿਬ ਜੀ ਇਹ ਤਾੜ ਗਏ ਸਨ, ਕਿਉਂਕਿ ਦਿਮਾਗ ਤੇ ਪਹਿਲਾਂ ਹੀ ਬੜਾ ਸੁਚੇਤ ਸੀ। ਵਾਹਿਗੁਰੂ ਦੀ ਕਿਰਪਾ ਸੀ, ਅਕਾਲ ਪੁਰਖ ਦੀ। ਕਿਆ ਉਹਨਾਂ ਨੇ ਕਹਿ ਹੀ ਦੇਣਾ ਤੇ ਆਪਾਂ ਗੁਰੂ ਸਮਝ ਕੇ ਉਹਦੀ ਕਮਾਈ ਕਰ ਲੈਣੀ ਹੈ ਤੇ ਆਪਣਾ ਕੰਮ ਜਿਹੜਾ ਨਿਕਲ ਜਾਊਗਾ। ਸੋ ਇਸ ਕਰਕੇ ਗਏ ਉੱਥੇ। ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤੇ ਥਾਈ। ਬਿਨਾਂ ਕਿਸੇ ਨੂੰ ਦੱਸਿਆ ਪੁੱਛਿਆ, ਨਾ ਰਾਮਾਨੰਦ ਨੂੰ ਨਾ ਕਿਸੇ ਬ੍ਰਾਹਮਣ ਨੂੰ ਕਨਸੋਰ ਨਿਕਲਣ ਦਿੱਤੀ, ਨਾ ਘਰਦਿਆਂ ਨੂੰ ਪਤਾ ਸੀ। ਐਸਾ ਗੁਰੂ ਧਾਰਨ ਕੀਤਾ ਐਸੇ ਤਰੀਕੇ ਨਾਲ। ਅੱਗੋਂ ਹੀ ਦੇ ਜਾਏ, ਉਹਦੇ ਜਾਣ ਤੋਂ ਪਹਿਲਾਂ ਹੀ ਕਬੀਰ ਸਾਹਿਬ ਤਾੜ ਗਏ ਸਨ। ਕਿੰਨੇ ਵਜੇ ਆਉਂਦਾ ਹੈ, ਸਵਾ ਪਹਿਰ ਰਾਤ ਰਹਿੰਦੀ ਤੋਂ ਇਸ਼ਨਾਨ ਕਰਦਾ ਹੈ। ਅੱਗੋਂ ਉਦੋਂ ਪਹਿਲਾਂ ਹੀ ਜਾ ਕੇ ਉੱਠ ਕੇ ਤੇ ਉੱਥੇ ਘੇਸਲ ਜਿਹਾ ਵੱਟ ਕੇ ਸੀ, ਤਾਂ ਜਾਗਦਾ ਹੀ, ਸੁੱਤਾ ਨਹੀਂ ਸੀ। ਕਬੀਰ ਉਹ ਪੌੜੀਆਂ ਦੇ ਉੱਪਰ ਜਾ ਕੇ ਲੰਮਾ ਪੈ ਗਿਆ ਜਿੱਥੋਂ ਦੀ ਲੰਘਦਾ ਸੀ ਰਾਮਾਨੰਦ। ਇੱਥੋਂ ਦੀ ਆਉਣਾ ਆਪਣੇ ਧਿਆਨ ਵਿੱਚ ਉਹਨੇ, ਇੱਥੇ ਉਤਰਨਾ ਵਾ। ਸੋ ਰਾਮ ਰਾਮ ਕਰਦੇ ਨੇ। ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤੇ ਥਾਈ। ਜਦੋਂ ਲੰਮੇ ਪੈ ਗਏ ਉਹਨੇ ਕਿਹੜਾ ਧਿਆਨ ਨਾਲ ਵੇਖਿਆ ਵੀ ਕੌਣ ਪਿਆ, ਕਿ ਆਮ ਕੋਈ ਬੰਦਾ ਪਿਆ ਕਿ ਨੀਂਦ ਆ ਗਈ। ਘੇਸਲ ਜੀ ਵੱਟ ਕੇ ਊਂ ਹੀ ਪਏ ਹੋਏ ਸਨ, ਸੁੱਤੇ ਨਹੀਂ ਸਨ। ਲੰਮਾ ਪਿਆ ਕਬੀਰ ਤੇ ਥਾਈ, ਪੈਰੀਂ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਉਹ ਆਪਣੇ ਧਿਆਨ 'ਚ ਜਾ ਰਹੀ, ਠੇਡਾ ਜਿਹਾ ਵੱਜਿਆ ਸਰੀਰ ਦਾ, ਪੈਰ ਨਾਲ ਟੁੰਬ ਕੇ ਕਿਹਾ ਉੱਠ ਭਾਈ ਪੁਰਖਾ, ਇਹ ਸੌਣ ਦਾ ਵੇਲਾ ਨਹੀਂ ਹੈ। ਬੋਲੋ ਰਾਮ ਸਿੱਖ ਸਮਝਾਈ। ਬੋਲੋ ਰਾਮ, ਰਾਮ ਜਪਣ ਦਾ ਵੇਲਾ। ਰਾਮ ਕੇ ਰਾਮ ਕੋ ਕਹੀ ਕਹਿੰਦੇ ਕਿਹਾ ਹੈ
ਰਾਮ ਤੇ ਮੂੰਹ ਚੜਿਆ ਉਹਨਾਂ ਦੇ ਬੋਲ ਸੀ। ਰਾਮ ਜਪਣ ਦਾ ਵੇਲਾ ਹੈ, ਰਾਮ ਕੇ ਰਾਮ ਕਹੋ। ਰਾਮ ਦੇ ਵੇਲੇ ਅੰਮ੍ਰਿਤ ਵੇਲਾ ਨਾ, ਤੂੰ ਪਿਆ ਇੱਥੇ ਸੁੱਤਾ। ਬੋਲੋ ਰਾਮ ਸਿੱਖ ਸਮਝਾਈ। ਕਬੀਰ ਤੇ ਸਿੱਖ ਬਣ ਗਿਆ ਸੀ, ਗੁਰੂ ਧਾਰਨ ਕਰਨਾ ਸੀ। ਸਿੱਖ ਨੂੰ ਇਹ ਸਮਝਾਈ ਸਮਝਾਈ, ਉਹਨੇ ਵੀ ਸਮਝਾ ਦਿੱਤੀ ਤੇ ਸਿੱਖ ਨੇ ਇਹ ਸਮਝ ਲਿਆ ਜਗਿਆਸੂ ਬਣ ਕੇ। ਕਬੀਰ ਸਿੰਘ ਮੈਨੂੰ ਕਿਹਾ, ਇਹ ਮੈਨੂੰ ਗੁਰਮੰਤਰ ਦਿੱਤਾ ਹੈ। ਬੋਲੋ ਰਾਮ ਸਿੱਖ ਸਮਝਾਈ। ਸਮਝ ਆ ਗਈ ਵੀ ਮੈਨੂੰ ਇਹਨੇ ਗੁਰਮੰਤਰ ਦੇ ਦਿੱਤਾ, ਰਾਮ ਬੋਲੋ, ਬਸ ਗੁਰੂ ਧਾਰਨ ਕਰ ਲਿਆ। ਐਸੀ ਬਖਸ਼ਿਸ਼ ਹੋਈ, ਇੰਨੀ ਕਰਨੀ ਕੀਤੀ। ਗੱਲ ਕਮਾਉਣ ਦੀ ਹੁੰਦੀ ਹੈ। ਮਨ ਦੇ ਭਾਵਨਾ ਨਾਲ, ਸ਼ੁੱਧ ਹਿਰਦੇ ਨਾਲ ਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ ਕਮਾਉਣਾ ਹੈ। ਸਿੱਖ ਨੇ ਕਮਾਈ ਕਰਨੀ ਹੈ, ਨਾ ਕਿ ਹੰਕਾਰ ਲਈ ਫਿਰੇ ਵੀ ਮੇਰੇ ਵਰਗਾ ਸਿੱਖ ਕੌਣ ਆ, ਮੈਂ ਤਾਂ 5 ਕਕਾਰਾਂ ਦੀ ਰਹਿਤ ਰੱਖਦਾ ਵਾਂ, ਮੈਂ ਤਾਂ ਪੱਕਾ ਨਿਤਨੇਮੀ ਹੈ। ਤੇ ਜਿਹੜਾ ਗੁਰਮੰਤਰ ਮੂਲ ਮੰਤਰ 5 ਪਿਆਰਿਆਂ ਨੇ ਦ੍ਰਿੜ ਕਰਵਾਇਆ, ਉਹਦਾ ਚੇਤਾ ਹੀ ਨਹੀਂ ਕਿ ਉਹ ਤਾਂ ਕੰਮਕਾਰ ਕਰਦਿਆਂ ਵੀ, ਡਰਾਈਵ ਕਰਦਿਆਂ ਵੀ ਜਪ ਸਕਦੇ ਹਾਂ। ਉਹਦੇ ਨਾਲ ਕੋਈ ਰਾਬਤਾ ਹੀ ਨਹੀਂ ਹੈ। ਨਹੀਂ, ਕਮਾਈ ਕਰੇ ਸਿੱਖ ਤੇ ਖੇਡ ਬਣ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਜੀਵਨ ਤੋਂ ਇਹ ਸੇਧ ਮਿਲਦੀ ਹੈ। ਭਾਈ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਐਸਾ ਸਮਝ ਕੇ ਕਿ ਮੈਨੂੰ ਇਹ ਸਿੱਖਿਆ ਮਿਲ ਗਈ, ਐਸਾ ਕਮਾਈ ਕੀਤੀ। ਫਿਰ ਭਗਤ ਕਬੀਰ ਸਾਹਿਬ ਜੀ ਨੇ ਬੋਲੋ ਰਾਮ ਸਿੱਖ ਸਮਝਾਈ। ਔਰ ਜਿਵੇਂ ਚੰਦਨ ਦੇ ਬੂਟੇ ਦੇ ਕੋਲ ਨਿੰਮ ਹੁੰਦੀ ਹੈ ਤੇ ਨਿੰਮ ਨੂੰ ਚੰਦਨ ਦੀ ਖੁਸ਼ਬੂ ਹੀ ਮਿਲ ਜਾਂਦੀ, ਉਹਦੇ ਵਿੱਚ ਖੁਸ਼ਬੂ ਹੀ ਭਰ ਜਾਂਦੀ ਹੈ। ਚੰਦਨ ਵਾਸ ਨਿੰਮ ਮਹਿਕਾਈ। ਭਾਈ ਸਾਹਿਬ ਜੀ ਕਥਨ ਕਰਦੇ ਨੇ ਐਸੀ। ਸੋ ਮਾਨੋ ਚੰਨਣ ਦੀ ਨਿਆਈ ਸੀ ਉਹਨਾਂ ਦਾ ਸਰੀਰ, ਰਾਮਾਨੰਦ ਜੀ ਦਾ ਠੇਡਾ ਵੱਜਿਆ ਤੇ ਐਸੀ ਕਮਾਈ ਕੀਤੀ ਰਾਮ ਦੀ। ਆਪ ਦੇ ਅੰਦਰ ਵੀ ਭਗਤੀ ਦੀ ਮਹਿਕ ਆ, ਖੁਸ਼ਬੂ ਮਹਿਕਣ ਲੱਗ ਪਈ। ਚੰਨਣ ਵਾਸ ਨਿੰਮ ਮਹਿਕਾਈ, ਪਸ਼ੂ ਪ੍ਰੇਤੋ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਪਸ਼ੂਆਂ ਪ੍ਰੇਤਾਂ ਪ੍ਰੇਤ ਬਿਰਤੀਆਂ ਤੋਂ ਦੇਵਤਾ ਬਣਾ ਦਿੰਦੇ ਨੇ, ਇਹ ਪੂਰੇ ਸਤਿਗੁਰੂ ਦੀ ਵਡਿਆਈ ਹੈ। ਪੂਰੇ ਦਾ ਦਿੱਤਾ ਨਾਮ ਹੈ, ਸਾਕਾਟ ਕਰਦਾ ਹੈ। ਔਰ ਫੇਰ ਕਿਹਾ ਕਿ ਐਸੀ ਕਮਾਈ ਕੀਤੀ ਰਾਮ ਕਬੀਰਾ ਭੇਦ ਨ ਪਾਈ। ਅਚਰਜ ਨੂੰ ਅਚਰਜ ਮਿਲਾ, ਵਿਸਮਾਦਾ ਵਿਸਮਾਦ ਮਿਲਾਈ। ਝਰਨਾ ਝਲਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਈ। ਅਚਰਜ ਨੂੰ ਅਚਰਜ ਮਿਲਾ, ਵਿਸਮਾਦਾ ਵਿਸਮਾਦ ਮਿਲਾਈ। ਰਾਮ ਕਬੀਰਾ ਭੇਦ ਨ ਪਾਈ। ਭਾਈ ਗੁਰਦਾਸ ਸਾਹਿਬ ਜੀ ਕਥਨ ਐਸੀ ਕਮਾਈ ਕੀਤੀ, ਨਾਮ ਦੀ ਰੌਂ ਚੱਲੀ, ਅੰਤਰ ਬਾਹਰ ਇੱਕ ਹੋਰ। ਝਰਨਾ ਝਲਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਈ। ਫਿਰ ਜਦੋਂ ਪੂਰੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਨਾਮ ਦੀ ਕਮਾਈ ਕਰਨ ਤੋਂ ਬਾਅਦ ਗਿਆਨ ਹੋ ਜਾਂਦਾ ਹੈ। ਝਰਨਾ ਜਿਹੜਾ ਨਾਮ ਬਾਣੀ, ਜਦੋਂ ਆਤਮਾ ਦਾ ਗਿਆਨ ਹੋ ਜਾਂਦਾ ਝਰਨਾ, ਸੋ ਝਰਨਾ ਝਲਦਾ ਨਿਜਰੋਂ। ਨਿਜਰੋਂ ਦਾ ਭਾਵ ਆਤਮਾ ਤੋਂ, ਹਿਰਦੇ ਦੇ ਵਿੱਚੋਂ ਜਦੋਂ ਗਿਆਨ ਹੋ ਜਾਂਦਾ ਆਤਮਾ ਦਾ, ਫਿਰ ਝਰਨਾ ਨਾਮ ਦਾ ਫੁੱਟ ਪੈਂਦਾ ਹੈ। ਨਾਮ ਦਾ ਰਸ ਪੈਦਾ ਹੋ ਜਾਂਦਾ ਹੈ ਆਪਣੇ ਆਪ। ਫਿਰ ਜਪਾ ਜਾਪ ਨਾ ਵਿਸਰੈ, ਆਦਿ ਜੁਗਾਦ ਸਮਾਏ। ਅੰਦਰਲਾ ਨਾਮ ਫੁੱਟ ਪੈਂਦਾ, ਪ੍ਰਗਟ ਹੋ ਜਾਂਦਾ ਹੈ। ਗੁਰਮੁਖ ਬਾਣੀ ਅਗੜ ਕਢਾਈ। ਫਿਰ ਬਾਣੀ ਹੁੰਦੀ ਹੈ, ਉਸ ਅਵਸਥਾ ਵਿੱਚ ਉਤਰਦੀ ਹੈ ਬਾਣੀ, ਸੁਫੁਰ ਹੁੰਦੀ ਹੈ। ਜਿਹੜੇ ਨਹੀਂ ਘੜੇ ਜਾਣ ਵਾਲੇ ਹੁੰਦੇ ਆ, ਪਾਪੀ ਲੋਕ ਪਤਿਤ ਹੁੰਦੇ ਆ, ਉਹਨਾਂ ਨੂੰ ਵੀ ਘੜ ਦਿੰਦੀ ਹੈ। ਐਸੀ ਬਾਣੀ ਆਉਂਦੀ ਹੈ, ਉਹਨਾਂ ਦਾ ਵੀ ਜੀਵਨ ਸਵਾਰ ਦਿੰਦੀ। ਗੁਰਮੁਖ ਬਾਣੀ ਅਗੜ ਕਢਾਈ, ਅਚਰਜ ਨੂੰ ਅਚਰਜ ਮਿਲਾ। ਅਚਰਜ ਸਰੂਪ ਹੈ ਗੁਰੂ ਸਾਹਿਬ ਜੀ ਦਾ, ਤੇ ਉਹ ਸਿੱਖ ਵੀ ਗੁਰੂ ਦੇ ਨਾਲ ਅਚਰਜ ਦਾ ਰੂਪ ਹੀ ਹੋ ਜਾਂਦਾ ਹੈ। ਵਿਸਮਾਦਾ ਵਿਸਮਾਦ ਮਿਲਾਏ। ਵਿਸਮਾਦ ਹੈ ਕੁਦਰਤ, ਵਾਹਿਗੁਰੂ ਦਾ ਰਚਨਾ ਸੰਸਾਰ। ਵਿਸਮਾਦ ਹੈ ਕੁਦਰਤ, ਅਕਾਲ ਪੁਰਖ। ਉਹ ਅਕਾਲ ਪੁਰਖ ਦੇ ਨਾਮ ਨਾਲ ਵੀ ਇੱਕਮਿਕ ਹੋ ਜਾਂਦਾ, ਉਹਦੇ ਵਿੱਚ ਵੀ ਭੇਦ ਹੋ ਜਾਂਦਾ ਹੈ। ਰਾਮ ਕਬੀਰਾ ਭੇਦ ਨਾ ਪਾਏ। ਐਸੀ ਕਮਾਈ ਕੀਤੀ, ਰਾਮ ਤੇ ਕਬੀਰ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਸੋ ਭਗਤ ਜਨ
ਕਮਾਈ ਕੀਤੀ ਔਰ ਬਾਣੀ ਵੀ ਉਚਾਰੀ। ਤੇ ਬਾਣੀ ਵਿੱਚ ਮਕਾਲਫ ਸਾਹਿਬ ਤੇ ਇਹੀ ਕਹਿੰਦੇ ਨੇ ਕਿ ਬੜਾ ਜਜ਼ਬਾਤ, ਜਜ਼ਬਾਤ ਦੇ ਵਿੱਚ ਬਾਣੀ ਉਚਾਰੀ ਹੈ। ਔਰ ਭਗਤ ਕਬੀਰ ਸਾਹਿਬ ਦੀ ਬਾਣੀ ਨੇ ਜਜ਼ਬਾਤਾਂ ਅੱਗੇ ਜਿਹੜੇ ਹੋਰ ਕਰਮਕਾਂਡੀ ਲੋਕ ਸਨ ਉਹ ਸਾਰੇ ਵਿੱਚ ਹੀ ਲਪੇਟੇ ਗਏ, ਉਹਨਾਂ ਦੀ ਗੱਲ ਨਹੀਂ ਬਣੀ। ਐਸੀ ਬਾਣੀ ਉਚਾਰੀ ਜਜ਼ਬਾਤ ਸਹਿਤ। ਭਗਤ ਕਬੀਰ ਸਾਹਿਬ ਇਹ ਵੀ ਆਪ ਜੀ ਦੇ ਸ਼ਲੋਕ ਨੇ ਕਿ ਕਬੀਰ ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮਾਂਡਿਓ ਸੂਰਮਾ ਬਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਾ ਕਬਹੂ ਨਾ ਛਾਡਾ ਖੇਤ। ਸੂਰਮੇ ਦੀ ਪਹਿਚਾਨ ਦਿੱਤੀ ਹੈ, ਜਿਹੜੇ ਲੜਦੇ ਹੁੰਦੇ ਸੀ, ਧਰਮ ਯੁੱਧ ਕਰਦੇ ਹੁੰਦੇ ਸੀ, ਉਹਨਾਂ ਨੂੰ ਵੀ ਸਿੱਖਿਆਵਾਂ ਦਿੱਤੀਆਂ ਨੇ ਕਿ ਇਹੋ ਜਿਹਾ ਹੁੰਦਾ ਸੂਰਮਾ, ਇਹ ਨਹੀਂ ਕਿ ਪਿੱਠ ਦੇ ਕੇ ਭੱਜ ਜਾਵੇ, ਸਮਾਂ ਆਉਣ ਤੇ ਆਪਣੇ ਮਾਲਕ ਨੂੰ ਦਗਾ ਦੇ ਜਾਵੇ, ਸੋ ਜਾਨ ਪਿਆਰੀ ਕਰ ਲਵੇ। ਐਸਾ ਨਹੀਂ ਹੈ। ਭਗਤ ਜੀ ਨੇ ਐਸੇ ਜਜ਼ਬਾਤਾਂ ਸਮੇਤ ਬਾਣੀ ਉਚਾਰੀ। ਦੋਵਾਂ ਨੂੰ ਬਾਣੀ ਉਚਾਰ ਕੇ ਨਿਰੁੱਤਰ ਕੂਤਾ। ਪ੍ਰਸਿੱਧੀ ਇਸ ਕਰਕੇ ਨਹੀਂ ਹੋਈ ਸੀ ਕਿ ਨਾਮ ਜਪਦੇ ਸਨ, ਨਾਮ ਤੇ ਹੋਰ ਵੀ ਬੜੇ ਲੋਕ ਜਪਦੇ ਸਨ, ਪਰ ਸੱਚ ਦਾ ਬੋਲਬਾਲਾ ਕੀਤਾ, ਪਖੰਡ ਦਾ ਖੰਡਨ ਕੀਤਾ, ਕਿਸੇ ਦੀ ਈਨ ਨਹੀਂ ਮੰਨੀ। ਇਸ ਕਰਕੇ ਪ੍ਰਸਿੱਧੀ ਹੋਈ ਸੀ। ਜਦੋਂ ਆਪ ਜੀ ਬਾਣੀ ਉਚਾਰਦੇ ਸੀ, ਆਪ ਜੀ ਨੂੰ ਤਸੀਹੇ ਦੇਣ ਲੱਗੇ ਲੋਕ, ਮੁਸਲਮਾਨ ਹਿੰਦੂ ਸਭ ਖਿਲਾਫ ਹੋ ਗਏ। ਪ੍ਰਸਿੱਧੀ ਉਸ ਵੇਲੇ ਹੋਈ ਸੀ ਵੀ ਐਸਾ ਭਗਤ ਕਬੀਰ ਹੈ ਜਿਹਨੂੰ ਆਂਚ ਵੀ ਕੋਈ ਨਹੀਂ ਆਈ, ਕਿਸੇ ਦੀ ਈਨ ਨਹੀਂ ਮੰਨਦਾ। ਕਰਕੇ ਕਿਹਾ ਸੀ ਪਖੰਡ ਦਾ ਖੰਡਨ ਕਰਦਿਆਂ ਹੋਇਆ ਬਾਂਗ ਦੇ ਪ੍ਰਤੀ, ਹੱਜ ਦੇ ਪ੍ਰਤੀ। ਕਬੀਰ ਮੁੱਲਾ ਮਨਾਰੇ ਕਿਆ ਚੜ ਹੈ ਸਾਈਂ ਨਾ ਬੈਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਸੋਏ। ਕਾਹਦੇ ਵਾਸਤੇ ਤਾਂ ਚੜ ਕੇ ਕੂਕਦਾ, ਹਿਰਦੇ ਵਿੱਚ ਹੈ ਨਹੀਂ, ਉਹਨੂੰ ਪਤਾ ਨਹੀਂ। ਉਹ ਕੋਈ ਬੋਲਾ ਥੋੜਾ ਸਾਈਂ, ਖੁਦਾ ਜਿਹੜਾ ਹੈ। ਔਰ ਹੱਜ ਕਰਨ ਵਾਲੇ ਨੇ ਕਿ ਹੱਜ ਕਰਨੀ ਚਾਹੀਦੀ ਹੈ, ਉਹਨੂੰ ਬੜੇ ਵਿਅੰਗ ਨਾਲ ਕਬੀਰ ਹੱਜ ਕਾਬਾ ਹੋ ਜਾਏ ਥਾ ਅੱਗਾ ਮਿਲਿਆ ਖੁਦਾਏ ਸਾਈਂ ਮੁਝ ਸੋ ਲੜ ਪਰਿਆ ਤੁਝਾ ਕਿਨ ਫਰਮਾਈ ਗਾਏ। ਮੈਂ ਕਹਿੰਦੇ ਮੈਂ ਵੀ ਚੱਲਿਆ ਸੀ ਇੱਕ ਦਿਨ, ਅੱਗੋਂ ਰੱਬ ਸਾਈਂ ਮੈਨੂੰ ਮਿਲ ਪਿਆ, ਮੈਨੂੰ ਲੜ ਪਿਆ ਵੀ ਤੈਨੂੰ ਕਿਹਨੇ ਕਿਹਾ ਹੱਜ ਕਰਨ ਨੂੰ, ਤੈਨੂੰ ਲੋੜ ਹੈਗੀ ਹੱਜ ਕਰਨ ਦੀ। ਸੋ ਇਹੋ ਜਿਹੀ ਬਾਣੀ ਉਚਾਰਨ ਕੀਤੀ ਕਿ ਅਸੀਂ ਸੁੰਨਤ ਕਰਨੀ ਚਾਹੀਦੀ ਹੈ। ਸੁੰਨਤ ਕਰੋ ਕਬੀਰ ਦੀ, ਕਿ ਅਸੀਂ ਕਦੇ ਵੀ ਨਹੀਂ ਸਰੀਰ ਛੱਡ ਦੇਵਾਂਗਾ, ਸੁੰਨਤ ਨਹੀਂ ਕਰਾਵਾਂਗਾ। ਔਰ ਸਖਤ ਸਨੇਹੋ ਕਰ ਸੁੰਨਤ ਕਰੀਏ ਮੈਂ ਨਾ ਬਦੋਗਾ ਭਾਈ ਜੌਰੇ ਖੁਦਾਏ ਮੋਹਿ ਤੁਰਕ ਕਰਾਗਾ ਆਪਨ ਹੀ ਕਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ ਅਰਧ ਸਰੀਰੀ ਨਾਰ ਨਾ ਛੋੜਾ ਤਾਤੇ ਹਿੰਦੂ ਹੀ ਰਹੀ ਹੈ। ਐਸੇ ਬੋਲ ਕਹੇ ਬਚਨ, ਜਵਾਬ ਨਹੀਂ ਆਉਂਦਾ ਸੀ। ਅੱਗੋਂ ਕਿਹਾ ਸੀ ਮੈਂ ਨਹੀਂ ਮੰਨੇ, ਮੈਂ ਨਹੀਂ ਮੰਨਾਂਗਾ। ਜੇਕਰ ਤੁਸੀਂ ਤੇ ਕੀ ਤੁਹਾਡੇ ਆਖੇ ਤੇ ਖੁਦਾ ਆਪ ਆ ਕੇ ਰੱਬ ਮੈਨੂੰ ਕਹਿ ਦੇ ਵੀ ਸੁਨਤ ਕਰ ਲਾ ਤਾਂ ਵੀ ਨਹੀਂ ਕਰੂੰਗਾ। ਉਹਦੀ ਅਮਾਨਤ ਵਿੱਚ ਖਿਆਨਤ ਆ, ਉਹਨੂੰ ਪ੍ਰਵਾਨ ਹੀ ਨਹੀਂ। ਇਹ ਤਾਂ ਇਸਤਰੀ ਦੇ ਮੋਹ ਵਿੱਚ ਪ੍ਰੇਮ ਵਿੱਚ ਆ ਕੇ ਸੁਨਤ ਕੀਤੀ ਸੀ ਇਬਰਾਹੀਮ ਨੇ, ਪੈਗੰਬਰਾਂ ਨੇ, ਤੁਹਾਡਿਆਂ ਨੇ। ਇਹ ਦੇਹੀ ਵਿਗਾੜੀ ਸੀ, ਸਾਬਤ ਸੂਰਤ ਨੂੰ ਵਿਗਾੜਿਆ ਹੈ, ਖਿਆਨਤ ਪਾਈ ਹੈ ਵਾਹਿਗੁਰੂ ਦੀ ਮਾਨਤ ਵਿੱਚ। ਮੈਂ ਨਹੀਂ ਮੰਨਾਂਗਾ, ਮੈਂ ਤੇ ਸਾਬਤ ਸੂਰਤਾਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ। ਰੱਬ ਆਪ ਵੀ ਕਹਿ ਦੇਵੇ ਨਾ ਤੁਹਾਡਾ ਖੁਦਾ ਜਿਹੜਾ ਹੈ ਤੁਹਾਡਾ ਪੈਗੰਬਰ, ਮੈਂ ਤਾਂ ਵੀ ਨਹੀਂ ਮੰਨਾਂਗਾ। ਇੰਨੀ ਦ੍ਰਿੜਤਾ ਇਸ ਮਹਾਂਪੁਰਖ ਦੇ ਅੰਦਰ ਸੀ। ਬ੍ਰਾਹਮਣਾਂ ਨੂੰ ਵੀ ਐਸੇ ਬਚਨ ਕਹੇ, ਬਾਣੀ ਉਚਾਰੀ। ਉਹ ਕਿਹਾ ਸੀ ਕਬੀਰ ਤੂੰ ਕਿੱਥੇ ਆ, ਤੇਰਾ ਪਰਛਾਵਾਂ ਮੇਰੇ ਤੇ ਪੈ ਗਿਆ। ਜਾਣ ਕੇ ਖੜ ਜਾਂਦੇ ਸੀ ਗੰਗਾ ਤੇ ਜਾ ਕੇ, ਇਹ ਛੂਤ ਛਾਤ ਊਚ ਨੀਚ ਦੀ ਗੱਲ ਕਰਨਗੇ ਤੇ ਮੈਂ ਇਹਨਾਂ ਦੀ ਲਾਵਾਂਗਾ, ਫਿਰ ਡੰਡ ਲਾਵਾਂਗਾ ਲੋਕਾਂ ਦੇ ਵਿੱਚ। ਐਸੇ ਦਲੇਰ ਸਨ ਭਗਤ ਕਬੀਰ ਸਾਹਿਬ। ਉੱਥੇ ਜਾ ਕੇ ਇੱਕ ਬ੍ਰਾਹਮਣ ਆਇਆ, ਉਹ ਕਹਿਣ ਲੱਗਾ ਤੇਰਾ ਪਰਛਾਵਾਂ ਪੈ ਗਿਆ ਜੁਲਾਹੇ ਸੂਦਰ ਦਾ। ਮੇਰੇ ਕੀ ਹੋ ਗਿਆ? ਫਿਰ ਮੈਂ ਭਰਿਟਿਆ ਗਿਆ। ਕਹਿਣ ਲੱਗਾ ਕਦੋਂ ਕਦਾ ਤੂੰ ਬ੍ਰਾਹਮਣ ਹੈ? ਉਸ ਵੇਲੇ ਕਹੇ ਸਨ ਬਚਨ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ।
फिर तू जन्म मूँह थां दी क्यों नहीं लिया? सो कदों दा ब्राह्मण हुन्ना तू? तू भी दुध चुंगिया अपनी माता दा, मैं भी दुध चुंगिया। मैं कोई लहू नहीं पीता कि तैनू चिट्टा दुध मिलिया है। फर्क तो तां होवे ना। तुम कत ब्राह्मण हम कत सूद, तुम कत हम कत लोहू तुम कत दूध। ऐसे बोल कहे सन, खड़दा नहीं सी कोई, अगे भज जांदे सी। फिर सो बड़े जज्बात बाणी विच हाजर जवाब भगत कबीर साहब जी। इस करके ਜਿਹੜੇ ਭਲੇ ਪੁਰਸ਼ ਸੀ ਉਹ ਦੀਦਾਰੇ ਕਰਨ ਵਾਸਤੇ ਲੋਚਦੇ ਹੁੰਦੇ ਸਨ। ਆਪ ਜੀ ਭਾਵੇਂ ਗਰੀਬੀ ਵਿੱਚ ਰਹੇ, ਕਿਰਤ ਕੀਤੀ, ਫਿਰ ਵੀ ਲੰਗਰ ਚਲਾਉਂਦੇ ਸਨ, ਸਤਸੰਗਤ ਲਾਉਂਦੇ ਸਨ, ਭੋਜਨ ਛਕਾਉਂਦੇ ਸੀ ਜੋ ਆਉਂਦਾ ਸੀ। ਔਰ ਐਸੀ ਬਾਣੀ ਉਚਾਰੀ, ਸੱਚ ਦਾ ਹੋਕਾ ਦੇ ਰਹੇ ਸਨ ਪਖੰਡ ਤੋਂ ਦੂਰ ਕਰਨ ਵਾਸਤੇ। ਫਿਰ ਅਖੀਰ ਬੜੇ ਤਰ੍ਹਾਂ ਦੇ ਪਖੰਡ ਫੈਲਾਏ ਹੋਏ ਸੀ। ਜਿਹੜਾ ਕਾਂਛੀ 'ਚ ਮਰੂਗਾ ਉਹ ਮੁਕਤ ਹੋਵੇਗਾ, ਭਾਵੇਂ ਜਿੰਨੇ ਮਰਜ਼ੀ ਪਾਪ ਕੀਤੇ ਹੋਣ। ਜਿਹੜਾ ਮਗਹਰ ਹੈ ਸੋ ਉੱਥੇ ਸੋ ਗਣੇਸ਼ ਦਾ ਸਰਾਪ ਹੋਇਆ ਉਹ ਧਰਤੀ ਨੂੰ। ਜਿਹੜਾ ਇੱਥੇ ਮਰੇਗਾ ਗਧੇ ਦੀ ਜੂਨ 'ਚ ਪਵੇਗਾ, ਜਿਹੜਾ ਉੱਥੇ ਮਰੇਗਾ ਸੋ ਗਧਾ ਬਣੇਗਾ। ਅਖੀਰ ਤੇ ਆਪ ਜੀ ਬਿਰਧ ਅਵਸਥਾ ਸੀ, ਕਿਹਾ ਮੈਂ ਮਰਨਾ ਹੀ ਉੱਥੇ ਹੈ। ਅਖੀਰਲੇ ਸਵਾਸ ਤੱਕ ਪਖੰਡ ਦਾ ਖੰਡਨ ਕਰਦੇ ਰਹੇ ਔਰ ਬਾਣੀ ਉਚਾਰਦੇ ਰਹੇ। ਐਸੇ ਮਹਾਂਪੁਰਸ਼ ਭਗਤ ਜਨ ਅਖੀਰ ਛੱਡ ਕਾਂਛੀ ਉੱਥੇ ਚਲੇ। ਔਰ ਇਹ ਵੀ ਬਚਨ ਆਉਂਦੇ ਨੇ, ਪਹਿਲੇ ਮਗਰ ਸ਼ਾਇਦ ਪਹਿਲਾਂ ਵੀ ਗਏ ਹੋਣ, ਇਹ ਪਖੰਡ ਦੂਰ ਕਰਨ ਵਾਸਤੇ। ਤੁਸੀਂ ਆਨੇ ਆ ਮੈਂ ਉੱਥੇ ਹੀ ਗਿਆਨ ਲਵਾਂਗਾ, ਮੈਨੂੰ ਪ੍ਰਾਪਤੀ ਉੱਥੇ ਹੋਵੇਗੀ। ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕੋ ਕਹਾ ਖੁਦਾਏ। ਇਹਦਾ ਦਿਲ ਹੀ ਸਾਬਤ ਨਹੀਂ, ਉਹਨੂੰ ਕਿੱਥੇ ਮਿਲਣਾ, ਭਾਵੇਂ ਕਾਂਛੀ 'ਚ ਬੈਠਾ ਰਵੇ। ਕਿਹਾ ਸੀ ਪਹਿਲੇ ਮਗਹਰ ਪਹਿਲੇ ਦਰਸ਼ਨ ਮਗਹਰ ਪਾਇਓ, ਹੁਣ ਕਾਂਸੀ ਬਸੇ ਆਈ। ਕਾਂਸੀ ਮਗਹਰ ਸੰਬਿਚਾਰੀ, ਓਛੀ ਭਗਤ ਕੈਸੇ ਉਤਰਸ ਪਾਰੀ। ਪਹਿਲੇ ਦਰਸ਼ਨ ਹੀ ਸਾਨੂੰ ਮਗਹਰ ਹੋਏ ਨੇ, ਹੜੰਬੇ ਦੀ ਧਰਤੀ ਤੇ ਹੋਏ, ਜਿਹੜੀ ਤੁਸੀਂ ਆਨੇ ਸਰਾਪੀ ਹੋਈ ਹੈ। ਪਹਿਲੇ ਦਰਸ਼ਨ ਹੀ ਉੱਥੇ ਹੋਏ ਨੇ ਆਪ ਜੀ। ਫਿਰ ਕਾਂਸੀ ਵਿੱਚ ਆ ਕੇ ਰਹੇ ਤੇ ਫਿਰ ਅਖੀਰ ਤੇ ਭਰਮ ਦੂਰ ਕਰਨ ਵਾਸਤੇ ਫੇਰ ਗਏ ਉੱਥੇ। ਕਿਹਾ ਸੀ ਜੇ ਹਰੀ ਦਸ, ਜੇ ਭਗਤੀ ਨੇ ਕੀਤੀ ਹਿਰਦਾ ਖਾਲੀ, ਕਾਂਛੀ ਵਿੱਚ ਕਿਵੇਂ ਮੁਕਤ ਹੋਵੇਗਾ? ਨਹੀਂ ਹੋ ਸਕਦਾ। ਔਰ ਪੰਡਤ ਇਹ ਕਹਿੰਦੇ ਸੀ ਬ੍ਰਾਹਮਣ ਕਰਨ ਕਾਂਛੀ ਮਰਨਾਂਤ ਮੁਕਤੀ। ਅੰਤ ਵੇਲੇ ਆਸੇ ਪਾਸੇ ਰਹਿੰਦਾ ਰਵੇ, ਅੰਤ ਵੇਲੇ ਕਾਂਛੀ 'ਚ ਆ ਜਾਵੇ ਨਾ, ਇੱਥੇ ਮਰਨ ਨਾਲ ਮੁਕਤ ਹੋ ਜਾਂਦਾ ਹੈ। ਕਿਹਾ ਨਹੀਂ, ਮਨੋ ਕਠੋਰ ਮਰਾ ਬਾਨਾਰਸ। ਸੋ ਉਸ ਵੇਲੇ ਕਹੇ ਨਰਕ ਨਾ ਬਾਂਚਿਆ ਜਾਈ। ਮਨ ਦਾ ਹੋਵੇ ਕਠੋਰ, ਪਾਪੀ ਬੰਦਾ, ਕਿਤੇ ਦਇਆ ਨਾ ਕੀਤੀ ਹੋਵੇ, ਪੱਥਰ ਦਿਲ ਹੋਵੇ, ਹੰਕਾਰ ਦਾ ਭਰਿਆ, ਪਾਪ ਕਰਦਾ ਮਰ ਜਾਵੇ, ਨਰਕਾਂ 'ਚ ਪੈਣ 'ਚ ਕਿਵੇਂ ਬਚੂਗਾ? ਨਰਕ ਨਾ ਬਾਂਚਿਆ ਜਾਈ। ਮਨੋ ਕਠੋਰ ਮਰੈ ਬਾਨਾਰਸ, ਨਰਕ ਨਾ ਬਾਂਚਿਆ ਜਾਈ। ਹਰ ਕਾ ਸੰਤ ਮਰੈ ਹੜੰਬਾ, ਤਾਂ ਸਗਲੀ ਸੈਨ ਤਰਾਈ। ਮੈਂ ਚੱਲਿਆ ਸੁਣੇ ਚੇਲਿਆਂ ਦੇ ਸਿੱਖਾਂ ਦੇ ਲੈ ਗਏ ਸਾਨੂੰ ਉੱਥੇ ਮਗਹਰ ਵਿੱਚ ਚਲੇ ਗਏ ਸੀ। ਅਖੀਰਲੇ ਸਮੇਂ ਰੱਬ ਦੇ ਪਿਆਰੇ ਨੂੰ ਸਭ ਪਤਾ ਲੱਗ ਜਾਂਦਾ ਅੰਤਲੇ ਸਮੇਂ ਦਾ। ਔਰ ਕਿਹਾ ਸੀ ਹਰੀ ਦਾ ਹੋਵੇ ਸੰਤ, ਨਾਮ ਜਪਣ ਵਾਲਾ ਸਵਾਸ ਸਵਾਸ, ਹੜੰਬੇ ਤੇ ਮਰੇ ਉਹਨੇ ਆਪ ਤੇ ਤਰਨਾ, ਨਾਲ ਦੇ ਵੀ ਸਾਰੇ ਤਰਨਗੇ, ਉਹਨਾਂ ਨੂੰ ਵੀ ਕੋਈ ਜਮ ਲੇਖਾ ਨਹੀਂ ਕਰ ਸਕਦਾ। ਐਸੇ ਬਚਨ, ਐਸਾ ਪਖੰਡ ਦਾ ਖੰਡਨ ਅਖੀਰ ਤੱਕ ਕਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਿਲੇ ਸਨ ਆਪ ਜਾ ਕੇ ਪਹਿਲੀ ਉਦਾਸੀ ਦੌਰਾਨ ਆਪ ਜੀ ਨੂੰ। ਇਸੇ ਕਰਕੇ ਕਾਂਛੀ ਵਿੱਚ ਕਈ ਕਹਿੰਦੇ ਲਹਿਰਾ ਤਲਾਓ ਬਾਰ ਬਾਰ ਮਿਲੇ ਨੇ ਸਤਿਗੁਰੂ ਗਰੀਬ ਨਿਵਾਜ। ਬਿਰਧ ਅਵਸਥਾ ਸੀ ਭਗਤ ਕਬੀਰ ਸਾਹਿਬ। ਕਈ ਵਿਦਵਾਨ ਲਿਖਦੇ ਨੇ ਮਗਹਰ ਹੀ ਮਿਲੇ ਨੇ ਮਹਾਰਾਜ, ਮਗਹਰ ਹੀ ਮਿਲਾਪ ਹੋਇਆ ਹੈ। ਰਹੁ ਵਿਚਾਰ ਮਿਲੇ ਜ਼ਰੂਰ ਨੇ ਭਗਤ ਕਬੀਰ ਸਾਹਿਬ ਜੀ ਨੂੰ, ਭਗਤ ਰਵਿਦਾਸ ਸਾਹਿਬ ਜੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਮਿਲ ਕੇ ਸ਼ਾਬਾਸ਼ ਦਿੱਤੀ ਸੀ ਕਿ ਜਿਹੜਾ ਹੋਕਾ ਤੁਸੀਂ ਦੇ ਰਹੇ ਹੋ ਇਹਦੀ ਲੋੜ ਸੀ ਅਵਸ਼। ਸਤਿਗੁਰੂ ਜੀ ਨੇ ਹੌਸਲਾ ਦਿੱਤਾ ਸੀ
ਸ਼ਾਬਾਸ਼ ਦਿੱਤੀ ਸੀ ਕਿ ਡਟੇ ਰਹੋ ਅਖੀਰਲੇ ਸਵਾਸਾਂ ਤੱਕ। ਔਰ ਵਿਚਾਰ ਚਰਚਾ ਵੀ ਹੋਈ ਸੀ ਮਹਾਰਾਜ ਸੱਚੇ ਪਾਤਸ਼ਾਹ ਨਾਲ। ਕਈ ਤਾਂ ਇਹ ਵੀ ਮੰਨਦੇ ਨੇ ਕਿ ਜਿਹੜਾ ਸਲੋਕ ਉਚਾਰਨ ਕੀਤਾ ਭਾਵੇਂ ਗੁਰੂ ਸਿੱਖ ਆਪ ਜੀ ਰਾਮਾਨੰਦ ਦੇ ਸਨ, ਪਰ ਇਹ ਸਲੋਕ ਉਦੋਂ ਹੀ ਉਚਾਰਿਆ ਕਿ ਕਬੀਰ ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪ੍ਰਥਾਏ ਸਲੋਕ ਉਚਾਰਨ ਕੀਤਾ ਸੀ। ਭਗਤ ਕਬੀਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਮਾਣ ਦਿੱਤਾ ਹੈ ਆਪ ਜੀ ਨੂੰ। ਕਬੀਰ ਧਿਆਇਓ ਏਕ ਰੰਗ ਕਿਆ, ਤਨਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ। ਇੰਨੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਬਣ ਗਈ। ਅਖੀਰ ਤੇ ਇੱਕ ਵਾਰ ਤਨਨਾ ਬੁਣਨਾ ਵੀ ਛੱਡ ਦਿੱਤਾ ਸੀ। ਭਾਵੇਂ ਕਿਰਤ ਕਰਦੇ ਰਹੇ, ਪਰ ਬੁਣਨ ਦੇ ਵਿੱਚ, ਖੱਡੀ ਬੁਣਨ ਦੇ ਵਿੱਚ ਵਾਰ-ਵਾਰ ਧਾਗਾ ਟੁੱਟਦਾ ਹੈ, ਨਲਕੀ ਵਿੱਚ ਦੀ ਵਗਾਉਣਾ ਪੈਂਦਾ ਹੈ। ਤੇ ਆਪ ਜੀ ਜਿੱਥੇ ਹੱਥਾਂ ਪੈਰਾਂ ਨਾਲ ਕੰਮ ਕਰਦੇ, ਸਵਾਸ ਸਵਾਸ ਨਾਮ ਜਪਦੇ ਸੀ, ਐਸਾ ਰਸ ਪੈਦਾ ਹੋ ਗਿਆ ਸੀ। ਜਾਂ ਤੇ ਨਾਮ ਦੀ ਰੌਂ ਚੱਲੀ ਜਾਂਦੀ ਸੀ ਜਾਂ ਬਾਣੀ ਉਚਾਰ ਹੁੰਦੀ ਸੀ। ਐਸੀ ਅਵਸਥਾ ਹੀ ਬਣ ਗਈ ਸੀ। ਉਹਦੇ ਵਿੱਚ ਤਾਗਾ ਟੁੱਟਣ ਕਰਕੇ ਵਾਰ-ਵਾਰ ਫੂਕ ਮਾਰ ਕੇ ਤਾਗਾ ਪਾਉਣਾ ਪੈਂਦਾ ਸੀ। ਫਿਰ ਖੱਡੀ ਬੁਣਨੀ ਵੀ ਛੱਡ ਦਿੱਤੀ ਸੀ। ਇਹ ਮਨਜ਼ੂਰ ਹੈ ਨਾ ਕਿ ਸਵਾਸ ਸਵਾਸ ਨਾਮ ਭੁੱਲੇ ਵਾਹਿਗੁਰੂ ਦਾ, ਇਹ ਮਨਜ਼ੂਰ ਨਹੀਂ। ਕਿਹਾ ਸੀ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਓਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹ। ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਲਾਂਬੇ ਵੀ ਮਿਲੇ ਸੀ, ਤਾਣੀ ਵਗਾ ਮਾਰੀ ਸੀ, ਉਲਾਂਬੇ ਵੀ ਮਿਲੇ ਸੀ। ਸਾਤ ਸੂਤਨ ਮੁੰਡੀਏ ਖੋਏ, ਮੁੰਡੀਆ ਕਿਉਂ ਨਾ ਮੋਏ। ਮਾਤਾ ਨੇ ਕਹਿ ਦਿੱਤਾ ਸੀ, ਇਹਨੇ ਸੱਤ ਸੂਤਾਂ ਦੀ ਤਾਣੀ ਖਰਾਬ ਕਰ ਦਿੱਤੀ, ਸੁੱਟ ਦਿੱਤੀ ਹੈ, ਕੀ ਕਰਾਂਗੇ, ਭੁੱਖੇ ਮਰਾਂਗੇ। ਔਰ ਐਸੇ ਉਲਾਂਭੇ ਮਿਲੇ, ਪਰ ਨਹੀਂ ਡੋਲੇ ਸਨ। ਇੱਕ ਰੰਗ ਵਿੱਚ ਹੋ ਕੇ, ਇੱਕ ਪ੍ਰੇਮ ਵਿੱਚ ਭਗਤੀ ਕੀਤੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਨਮਾਨ ਦਿੱਤਾ ਹੈ। ਕਬੀਰ ਧਿਆਇਓ ਏਕ ਰੰਗ, ਇੱਕ ਰੰਗ ਵਿੱਚ ਹੋ ਕੇ ਸਵਾਸ ਸਵਾਸ ਜਪਿਆ। ਉਹੀ ਉਪਦੇਸ਼ ਦਿੱਤਾ ਹੈ ਬਾਣੀ ਵਿੱਚ। ਰਾਮ ਦਾ ਨਾਮ ਮਿਲਿਆ ਸੀ, ਰਾਮ ਜਪਣ ਦਾ ਉਪਦੇਸ਼ ਦਿੱਤਾ ਆਪ ਜੀ। ਇਹਨਾਂ ਸ਼ਬਦਾਂ ਵਿੱਚ ਵੀ ਕਹਿ ਰਹੇ ਨੇ, ਅਵਤਰ ਆਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂ ਲੀਨਾ। ਸੋ ਜਿਵੇਂ ਭਗਤ ਜੀ ਉਪਦੇਸ਼ ਦੇ ਰਹੇ ਨੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਿਰਲੇਖ ਦੇ ਰਹੇ ਹਨ। ਇਥੋਂ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੀ। ਇਹ ਸਿਰਲੇਖ ਗੁਰੂ ਅਰਜਨ ਦੇਵ ਸਾਹਿਬ ਜੀ ਲਿਖਵਾ ਰਹੇ ਨੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ, ਜਦੋਂ ਸਰੂਪ ਲਿਖਵਾਏ ਨੇ। ਸੋ ਜਿਵੇਂ ਜਿਵੇਂ ਸ਼ਬਦ ਬਾਣੀ ਆਪ ਜੀ ਕੋਲ ਸੀ, ਉਹ ਵੇਖ ਕੇ ਟੋਲ ਕੇ ਮਹਾਰਾਜ ਉਸ ਤਰ੍ਹਾਂ ਦਾ ਸਿਰਲੇਖ ਦਿੰਦੇ ਸਨ। ਤਿੰਨਾਂ ਦੀ ਆਉਣੀ ਹੈ, ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਭਗਤ ਫਰੀਦ ਜੀ। ਤਿੰਨਾਂ ਦੀ ਇੱਥੇ ਸੋਹੀ ਰਾਗ ਵਿੱਚ ਬਾਣੀ ਇਸ ਕਰਕੇ ਕਹਿ ਰਹੇ ਨੇ ਕਿ ਸਾਰੇ ਭਗਤਾਂ ਦੀ, ਇੱਕ ਦੀ ਨਹੀਂ ਹੈ, ਦੂਜਿਆਂ ਦੀ ਹੈ ਨਾਲ। ਸੋ ਮਹਾਰਾਜ ਜੀ ਨੇ ਸਿਰਲੇਖ ਲਿਖਵਾਇਆ ਹੈ। ਕੱਲ੍ਹ ਨੂੰ ਵਿਚਾਰ ਕਰਾਂਗੇ। ਸਤਿਗੁਰੂ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਹੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕੇ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਾਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤਹੁ। ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ। ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਾਹਿਬ ਕੋਈ ਨਾ ਜਾ
ਜੀ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਜੇ ਜਾਗੈ ਸਹਜੇ ਸੋਵੈ, ਗੁਰਮੁਖ ਅਨ ਦਿਨ ਉਸ ਤਤ ਹੋਵੈ। ਮਨਮੁਖ ਭਰਮੈ ਸਹਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗਹਿ ਸਭਹਿ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ। ਪੌੜੀ ਸੇ ਹਰ ਨਾਮ ਧਿਆਵਹਿ, ਜੋ ਹਰ ਰਤਿਆ। ਹਰ ਇੱਕ ਧਿਆਵਹਿ ਇੱਕ, ਇੱਕੋ ਹਰ ਸਤਿਆ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਜੋ ਹਰ ਨਾਮ ਧਿਆਵਹਿ, ਤਿਨ ਡਰ ਸੱਟ ਘੱਤਿਆ। ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪਿਆ। ਜੋ ਹਰ ਨਾਮ ਧਿਆਵਹਿ, ਤਿਨ ਡਰ ਸੱਟ ਘੱਤਿਆ। ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।